ਹੈਲੋ ਸਟੂਡੈਂਟਸ, ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅੰਤਰਰਾਸ਼ਟਰੀ ਵਪਾਰ ਇੰਟਰਨੈਸ਼ਨਲ ਟ੍ਰੇਡ। ਕਿਉਂਕਿ ਸਾਡੇ ਪੇਪਰ ਦਾ ਨਾਮ ਹੈਗਾ ਪਬਲਿਕ ਫਾਈਨਾਂਸ ਐਂਡ ਇੰਟਰਨੈਸ਼ਨਲ ਟ੍ਰੇਡ, ਅਤੇ ਇੰਟਰਨੈਸ਼ਨਲ ਟ੍ਰੇਡ ਅਸੀਂ ਅੱਜ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇੰਟਰਨੈਸ਼ਨਲ ਟ੍ਰੇਡ ਦਾ ਮੀਨਿੰਗ ਕਰਾਂਗੇ। ਇੰਟਰਨੈਸ਼ਨਲ ਟ੍ਰੇਡ ਕੀ ਹੈ? ਜਦੋਂ ਅਸੀਂ ਵਪਾਰ ਕਰਦੇ ਹਾਂ ਦੇਸ਼ ਦੀਆਂ ਸੀਮਾਵਾਂ ਤੋਂ ਬਾਹਰ ਦੂਜੇ ਦੇਸ਼ਾਂ ਦੇ ਨਾਲ, ਜਦੋਂ ਅਸੀਂ ਦੇਸ਼ ਦੀਆਂ ਸੀਮਾਵਾਂ ਤੋਂ ਬਾਹਰ ਵਪਾਰ ਕਰਦੇ ਹਾਂ ਉਸ ਨੂੰ ਅਸੀਂ ਟ੍ਰੇਡ ਕਹਿੰਦੇ ਹਾਂ। ਇੰਟਰਨੈਸ਼ਨਲ ਟ੍ਰੇਡ, ਅੰਤਰਰਾਸ਼ਟਰੀ ਵਪਾਰ ਕਹਿੰਦੇ ਆ। ਵਪਾਰ ਦੋ ਤਰ੍ਹਾਂ ਦਾ ਹੁੰਦਾ, ਇੱਕ ਇੰਟਰਨਲ ਅਤੇ ਇੱਕ ਇੰਟਰਨੈਸ਼ਨਲ। ਜਦੋਂ ਦੇਸ਼ ਦੇ ਨਿਵਾਸੀ ਅਲੱਗ-ਅਲੱਗ ਸਟੇਟਸ ਦੇ ਵਿੱਚ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਵਪਾਰ ਕਰਦੇ ਆ, ਲਾਈਕ ਜਿੱਦਾਂ ਪੰਜਾਬ ਹਰਿਆਣਾ, ਪੰਜਾਬ ਹਿਮਾਚਲ, ਹਰਿਆਣਾ ਹਿਮਾਚਲ, ਪੰਜਾਬ ਦਿੱਲੀ, ਪੰਜਾਬ ਛੱਤੀਸਗੜ੍ਹ, ਇਸ ਤਰ੍ਹਾਂ ਇਹਨਾਂ ਦੇ ਵਿੱਚ ਹੋਣ ਵਾਲਾ ਵਪਾਰ ਆ, ਜਿਹੜਾ ਇਹਨਾਂ ਸਟੇਟਸ ਦੇ ਵਿੱਚ ਹੋਣ ਵਾਲਾ ਵਪਾਰ ਆ, ਇਹਨੂੰ ਅਸੀਂ ਅੰਦਰੂਨੀ ਵਪਾਰ, ਆਂਤਰਿਕ ਵਪਾਰ, ਘਰੇਲੂ ਵਪਾਰ, ਡੋਮੈਸਟਿਕ ਟ੍ਰੇਡ ਕਹਿੰਦੇ ਆ। ਪਰ ਜਦੋਂ ਇਹੀ ਵਪਾਰ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਜਦੋਂ ਅਸੀਂ ਗੁੱਡਸ ਐਂਡ ਸਰਵਿਸਿਜ਼ ਦਾ ਲੈਣ ਦੇਣ ਕਰਦੇ ਹਾਂ, ਆਦਾਨ ਪ੍ਰਦਾਨ ਕਰਦੇ ਹਾਂ, ਅਤੇ ਇਸ ਨੂੰ ਇੰਟਰਨੈਸ਼ਨਲ ਟ੍ਰੇਡ ਜਾਂ ਫੋਰਨ ਟ੍ਰੇਡ ਕਿਹਾ ਜਾਂਦਾ। ਜਿਹੜਾ ਸਮਾਨ ਅਸੀਂ ਫੋਰਨ ਕੰਟਰੀਜ਼ ਤੋਂ ਮੰਗਵਾਉਂਦੇ ਹਾਂ ਉਸ ਨੂੰ ਇੰਪੋਰਟ ਕਿਹਾ ਜਾਂਦਾ, ਅਤੇ ਜਿਹੜਾ ਪ੍ਰੋਡਕਟ, ਜਿਹੜਾ ਸਮਾਨ ਅਸੀਂ ਫੋਰਨ ਕੰਟਰੀਜ਼ ਨੂੰ ਭੇਜਦੇ ਹਾਂ ਉਹਨਾਂ ਨੂੰ ਐਕਸਪੋਰਟ ਕਿਹਾ ਜਾਂਦਾ। ਲਾਈਕ ਅਮਰੀਕਾ ਨੂੰ ਜੇ ਸਮਾਨ ਭੇਜਿਆ ਜਾਏਗਾ ਤਾਂ ਉਸ ਨੂੰ ਐਕਸਪੋਰਟ ਕਿਹਾ ਜਾਏਗਾ, ਜੇ ਅਮਰੀਕਾ ਤੋਂ ਮੰਗਵਾਇਆ ਜਾਏਗਾ ਤਾਂ ਉਸ ਨੂੰ ਇੰਪੋਰਟ ਕਿਹਾ ਜਾਏਗਾ। ਅਤੇ ਆਪਣੇ ਜਿੱਥੋਂ ਤੱਕ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਦਾ ਸੰਬੰਧ ਹੈ, ਸਾਡੇ ਦੇਸ਼ ਆਪਣੇ ਆਪ 'ਤੇ ਆਤਮ ਨਿਰਭਰ ਨਹੀਂ ਹੁੰਦੇ, ਕਿਉਂਕਿ ਅੱਜ ਲਗਭਗ ਹਰੇਕ ਦੇਸ਼ ਇੰਟਰਨੈਸ਼ਨਲ ਟ੍ਰੇਡ ਕਰਦਾ, ਕਿਉਂਕਿ ਅੱਜ ਕੱਲ੍ਹ ਵਰਾਇਟੀ ਹੈ ਜਿਹੜੀ ਉਹ ਯੂਜ਼ ਕੀਤੀ ਜਾਂਦੀ ਹੈ, ਔਰ ਸਾਰੀ ਤਰ੍ਹਾਂ ਦੇ ਪ੍ਰੋਡਕਟਸ, ਸਾਰੀ ਤਰ੍ਹਾਂ ਦੀਆਂ ਗੁੱਡਸ, ਸਾਰੀ ਤਰ੍ਹਾਂ ਦੀਆਂ ਸਰਵਿਸਿਜ਼ ਜਿਹੜੀਆਂ ਇੱਕ ਹੀ ਜਗ੍ਹਾ 'ਤੇ ਸਾਨੂੰ ਨਹੀਂ ਮਿਲਦੀਆਂ। ਇਸ ਕਰਕੇ ਅੱਜ ਕੱਲ੍ਹ ਗੁੱਡਸ ਐਂਡ ਸਰਵਿਸਿਜ਼ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਜਾਂਦਾ, ਅਤੇ ਜਦੋਂ ਇਹ ਆਦਾਨ ਪ੍ਰਦਾਨ ਇੱਕ ਦੇਸ਼ ਦੀਆਂ ਬਾਊਂਡਰੀਜ਼ ਨੂੰ ਕੱਢ ਕੇ ਬਾਊਂਡਰੀਜ਼ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਨਾਲ ਕੀਤਾ ਜਾਂਦਾ, ਉਸ ਨੂੰ ਇੰਟਰਨੈਸ਼ਨਲ ਟ੍ਰੇਡ ਕਿਹਾ ਜਾਂਦਾ। ਅੱਗੇ ਹੈਗਾ ਇੰਟਰਨੈਸ਼ਨਲ ਟ੍ਰੇਡ ਹੁੰਦਾ ਕਦੋਂ? ਵੈਸੇ ਪਹਿਲਾਂ ਇਸ ਤੋਂ ਪਹਿਲਾਂ ਇਹਨਾਂ ਤੋਂ ਮੁਰਾਦ ਦੀ ਡੈਫੀਨੇਸ਼ਨ ਦੇਖਦੇ ਹਾਂ। ਅੰਤਰਰਾਸ਼ਟਰੀ ਵਪਾਰ ਰਾਸ਼ਟਰਾਂ ਵਿੱਚ ਹੋਣ ਵਾਲਾ ਵਪਾਰ ਹੈ। ਜਦੋਂ ਦੇਸ਼ਾਂ ਦੇ ਵਿੱਚ ਵਪਾਰ ਹੁੰਦਾ, ਇੱਕ ਦੇਸ਼ ਦੂਜੇ ਦੇਸ਼ ਦੇ ਵਿਚਕਾਰ ਹੋਣ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਦੇ ਵਟਾਂਦਰੇ ਨੂੰ ਅੰਤਰਰਾਸ਼ਟਰੀ ਵਪਾਰ ਕਿਹਾ ਜਾਂਦਾ। ਅਤੇ ਹੁਣ ਅੰਤਰਰਾਸ਼ਟਰੀ ਵਪਾਰ ਹੁੰਦਾ ਕਿਉਂ? ਵਪਾਰ ਅਸੀਂ ਕਰਦੇ ਕਿਉਂ? ਵਪਾਰ ਦਾ ਜਿਹੜਾ ਪਹਿਲਾ ਜਿਹੜਾ ਇੰਪੋਰਟੈਂਸ ਜਾਂ ਵਪਾਰ ਦੀ ਜਿਹੜੀ ਵਜ੍ਹਾ ਹੈ ਜਿਹਦੇ ਕਰਕੇ ਵਪਾਰ ਹੁੰਦਾ ਹੈਗੀ ਸਪੈਸ਼ਲਾਈਜੇਸ਼ਨ, ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ। ਕਿ ਕੁਝ ਇੱਕ ਕੰਟਰੀਜ਼ ਕਿਸੇ ਪ੍ਰੋਡਕਟ ਦੇ ਵਿੱਚ ਇਸ ਤਰ੍ਹਾਂ ਸਪੈਸ਼ਲਾਈਜੇਸ਼ਨ ਪ੍ਰਾਪਤ ਕਰ ਲੈਂਦੇ ਆ ਕਿ ਉਹਨਾਂ ਨੂੰ ਉਹ ਪ੍ਰੋਡਕਟ ਬਹੁਤ ਘੱਟ ਕੋਸਟ 'ਤੇ ਪ੍ਰੋਡਿਊਸ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ, ਅਤੇ ਉਹਨਾਂ ਨੂੰ ਉਹਦੀ ਕੋਸਟ ਇੰਨੀ ਘੱਟ ਆ ਰਹੀ ਹੁੰਦੀ ਆ ਕਿ ਦੂਸਰਾ ਦੇਸ਼ ਉਹ ਬਹੁਤ ਜ਼ਿਆਦਾ ਮਹਿੰਗਾ ਪ੍ਰੋਡਕਟ ਪ੍ਰੋਡਿਊਸ ਕਰ ਰਿਹਾ ਹੁੰਦਾ। ਅਤੇ ਉਸ ਵੇਲੇ ਇੰਟੈਲੀਜੈਂਸ ਇਹੀ ਕਹਿੰਦੀ ਹੈ ਕਿ ਤੁਸੀਂ ਜਿਹੜਾ ਪ੍ਰੋਡਕਟ ਜਦੋਂ ਤੁਸੀਂ ਕਿਸੇ ਤੋਂ ਇੰਪੋਰਟ ਕਰਦੇ ਹੋ ਉਹਦੇ ਵਿੱਚ ਇੰਪੋਰਟ ਡਿਊਟੀਜ਼ ਪਾ ਕੇ ਵੀ ਤੁਹਾਡਾ ਪ੍ਰੋਡਕਟ ਜਿਹੜਾ ਇੰਪੋਰਟ ਕਰਕੇ ਤੁਹਾਡੇ ਆਪਣੇ ਪ੍ਰੋਡਿਊਸ ਕੀਤੇ ਪ੍ਰੋਡਕਟ ਤੋਂ ਸਸਤਾ ਰਹਿੰਦਾ ਪਿਆ, ਅਤੇ ਵਧੀਆ ਹੀ ਹੁੰਦਾ ਕਿ ਉਸ ਟਾਈਮ 'ਤੇ ਤੁਸੀਂ ਆਪਣੇ ਉਸ ਪ੍ਰੋਡਕਟ ਨੂੰ ਇੰਪੋਰਟ ਕਰ ਲਓ ਅਤੇ ਆਪਣੇ ਰਿਸੋਰਸਿਸ ਨੂੰ ਕਿਤੇ ਹੋਰ ਯੂਜ਼ ਕਰੋ। ਅਤੇ ਫਿਰ ਸਪੈਸ਼ਲਾਈਜੇਸ਼ਨ ਹੁੰਦੀ ਕੀ ਆ? ਉਤਪਾਦਨ ਦੇ ਉਹਨਾਂ ਵਿਸ਼ੇਸ਼ ਖੇਤਰਾਂ ਵਿੱਚ ਸਾਧਨਾਂ ਦੇ ਉਪਯੋਗ ਤੋਂ ਜਿਨ੍ਹਾਂ ਤੋਂ ਸ਼ੇਸ਼ ਵਿਸ਼ਵ ਦੀ ਤੁਲਨਾ ਵਿੱਚ ਦੇਸ਼ ਨੂੰ ਨਿਰਪੱਖ ਜਾਂ ਤੁਲਨਾਤਮਕ ਲਾਭ ਪ੍ਰਾਪਤ ਹੁੰਦੇ ਹਨ। ਮਤਲਬ ਜਿਹੜਾ ਬਾਕੀ ਦੇਸ਼ਾਂ ਦੇ ਮੁਕਾਬਲੇ, ਬਾਕੀ ਦੁਨੀਆ ਦੇ ਮੁਕਾਬਲੇ ਪ੍ਰੋਡਕਟ ਤੁਹਾਡੇ ਘੱਟ ਕੋਸਟ ਦੇ ਵਿੱਚ ਪ੍ਰੋਡਿਊਸ ਹੁੰਦਾ ਪਿਆ, ਵਧੀਆ ਕੁਆਲਿਟੀ ਪ੍ਰੋਡਿਊਸ ਹੁੰਦੀ ਪਈ ਹੈ, ਤੁਹਾਨੂੰ ਬਾਕੀਆਂ ਦੇ ਮੁਕਾਬਲੇ ਐਡਵਾਂਸ ਅਤੇ ਬਾਕੀਆਂ ਦੇ ਕੰਪੈਰੀਜ਼ਨ 'ਚ ਜਦੋਂ ਦੇਖੀਏ ਤੁਹਾਨੂੰ ਲਾਭ ਪ੍ਰਾਪਤ ਹੁੰਦਾ ਪਿਆ, ਜਿਹਨੂੰ ਅਸੀਂ ਕੰਪੈਰੇਟਿਵ ਐਡਵਾਂਟੇਜ ਕਹਿੰਦੇ ਹਾਂ। ਔਰ ਉਹਦੇ ਕਰਕੇ ਫਿਰ ਇੰਟਰਨੈਸ਼ਨਲ ਟ੍ਰੇਡ ਆ ਜਿਹੜਾ ਕੀਤਾ ਜਾਂਦਾ, ਕਿ ਅਸੀਂ ਇੱਕ ਤਾਂ ਸਾਰੇ ਪ੍ਰੋਡਕਟ ਆਪਣੇ ਆਪ ਪ੍ਰੋਡਿਊਸ ਨਹੀਂ ਕਰ ਸਕਦੇ, ਕਿਉਂਕਿ ਅਸੀਂ ਕੁਛ ਇੱਕ ਪ੍ਰੋਡਕਟਸ ਨੂੰ ਸਿਰਫ ਨੇਚਰ ਫੇਵਰ ਕਰਦੀ ਹੁੰਦੀ ਆ, ਉਹਨਾਂ ਨੈਚੁਰਲ ਉਹਨਾਂ ਐਟਮੋਸਫੇਅਰ ਦੇ ਵਿੱਚ, ਉਹਨਾਂ ਨੈਚੁਰਲ ਕੰਡੀਸ਼ਨਸ ਦੇ ਵਿੱਚ ਹੀ ਪ੍ਰੋਡਿਊਸ ਹੋ ਸਕਦੇ ਹੁੰਦੇ ਆ, ਅਤੇ ਉਹ ਤਾਂ ਕੁਦਰਤੀ ਹੈ ਕਿ ਸਾਡੇ ਹੋਣਗੇ ਹੀ ਨਹੀਂ, ਕਿਸੇ ਹੋਰ ਦੇਸ਼ 'ਚ ਹੋਣਗੇ ਹੀ ਨਹੀਂ, ਉਹ ਸਾਨੂੰ ਦੂਸਰੇ ਦੇਸ਼ ਤੋਂ ਇੰਪੋਰਟ ਹੀ ਕਰਨੇ ਪੈਣਗੇ। ਅਤੇ ਕੁਝ ਇੱਕ ਪ੍ਰੋਡਕਟ ਕੁਝ ਦੂਜੇ ਦੇਸ਼ਾਂ ਦੇ ਵਿੱਚ ਬਹੁਤ ਸਸਤੇ ਪ੍ਰੋਡਿਊਸ ਹੁੰਦੇ ਪਏ ਆ, ਅਤੇ ਇੰਪੋਰਟ ਡਿਊਟੀ ਪਾ ਕੇ ਵੀ ਉਹ ਤੁਹਾਡੇ ਸਸਤੇ ਰਹਿੰਦੇ ਪਏ ਆ, ਅਤੇ ਤੁਹਾਡੇ ਆਪਣੀ ਪ੍ਰੋਡਕਸ਼ਨ ਤੋਂ ਸਸਤੇ ਤੁਹਾਨੂੰ ਪ੍ਰਾਪਤ ਹੁੰਦੇ ਪਏ ਆ। ਇਹਨਾਂ ਕੇਸਿਸ ਦੇ ਵਿੱਚ ਆਪਾਂ ਇੰਟਰਨੈਸ਼ਨਲ ਟ੍ਰੇਡ ਕਰਦੇ ਹਾਂ। ਇੰਟਰਨੈਸ਼ਨਲ ਟ੍ਰੇਡ ਨੂੰ ਵੈਸੇ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਆ, ਕਿਹੜੇ ਕਿਹੜੇ ਡਿਟਰਮੀਨੈਂਟਸ ਆ ਇੰਟਰਨੈਸ਼ਨਲ ਟ੍ਰੇਡ ਦੇ? ਅੰਤਰਰਾਸ਼ਟਰੀ ਵਪਾਰ ਹੁੰਦਾ ਆ, ਇਹਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਆ? ਸਭ ਤੋਂ ਪਹਿਲਾਂ ਤਾਂ ਕੁਦਰਤੀ, ਨੈਚੁਰਲ ਇੰਡੂਮੈਂਟ, ਕੁਦਰਤੀ ਨਿਧੀ ਅੰਤਰਰਾਸ਼ਟਰੀ ਵਿਸ਼ਿਸ਼ਟੀਕਰਨ ਦਾ ਆਧਾਰ ਆ, ਕਿਉਂਕਿ ਕੁਝ ਇੱਕ ਪ੍ਰੋਡਕਟ ਇੱਦਾਂ ਦੇ ਆ ਜਿਹੜੇ ਕੁਦਰਤੀ ਉਪਹਾਰ ਹੁੰਦੇ ਆ, ਲਾਈਕ ਜਿਸ ਤਰ੍ਹਾਂ ਗਲਫ ਦੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਤੇਲ, ਭਾਰਤ ਦੇ ਵਿੱਚ ਅਵਰਕ ਦੇ ਭੰਡਾਰ, ਰੂਸ 'ਚ ਮੈਗਨੀਜ਼,
ਜਾਪਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਵਿੱਚ ਮੱਛੀ ਉਤਪਾਦਨ ਬਹੁਤ ਜ਼ਿਆਦਾ ਹੁੰਦਾ, ਅਤੇ ਇਹ ਬਿਨਾਂ ਸ਼ੱਕ ਉੱਥੇ ਘੱਟ ਕੋਸਟ 'ਤੇ ਵੀ ਹੋ ਰਿਹਾ, ਅਤੇ ਗਲਫ ਕੰਟਰੀਜ਼ ਦੇ ਵਿੱਚ ਜਿਹੜਾ ਤੇਲ ਆ ਉਹ ਤਾਂ ਆਪਾਂ ਆਪਣੇ ਆਪ ਇੱਧਰ ਪ੍ਰੋਡਿਊਸ ਕਰ ਹੀ ਨਹੀਂ ਸਕਦੇ। ਇਸ ਲਈ ਇਹ ਉਹ ਫੈਕਟਰਸ ਆ, ਉਹ ਨੈਚੁਰਲ ਫੈਕਟਰਸ ਆ ਜਿਨ੍ਹਾਂ ਦੇ ਕਰਕੇ ਅੰਤਰਰਾਸ਼ਟਰੀ ਵਪਾਰ ਹੁੰਦਾ ਕਿ ਇਹ ਵਾਲੇ ਪ੍ਰੋਡਕਟ ਤੁਸੀਂ ਆਪਣੇ ਨਹੀਂ ਪ੍ਰੋਡਿਊਸ ਕਰ ਸਕਦੇ, ਅਤੇ ਇਹ ਪ੍ਰੋਡਕਟ ਤੁਹਾਨੂੰ ਫੋਰਨ ਕੰਟਰੀਜ਼ ਤੋਂ ਇੰਪੋਰਟ ਹੀ ਕਰਨੇ ਪੈਣਗੇ। ਨੈਕਸਟ ਹੈਗਾ ਤਕਨੀਕੀ ਗਿਆਨ। ਅੰਤਰਰਾਸ਼ਟਰੀ ਵਿਸ਼ਿਸ਼ਟੀਕਰਨ ਜਾਂ ਸਪੈਸ਼ਲਾਈਜੇਸ਼ਨ ਦਾ ਇੱਕ ਜਿਹੜਾ ਹੋਰ ਕਾਰਨ ਆ ਉਹ ਹੈਗਾ ਤਕਨੀਕੀ ਗਿਆਨ, ਕਿ ਤਕਨੀਕੀ ਵਿਕਾਸ ਦੇ ਕਾਰਨ ਜਿਹੜੇ ਡਿਵੈਲਪ ਕੰਟਰੀਜ਼ ਆ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨੈਚੁਰਲ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਡਿਵੈਲਪਮੈਂਟ ਦੇ ਵਿੱਚ, ਉਹਨਾਂ 'ਤੇ ਕਾਬੂ ਪਾ ਲਿਆ। ਜਿਸ ਤਰ੍ਹਾਂ ਜਾਪਾਨ ਇੱਕ ਇੱਦਾਂ ਦਾ ਦੇਸ਼ ਆ ਜਿਹਦੇ ਕੋਲ ਕੋਈ ਨੈਚੁਰਲੀ ਕੋਈ ਬਹੁਤ ਜ਼ਿਆਦਾ ਰਿਸੋਰਸਿਸ ਨਹੀਂ ਆ, ਪਰ ਉਹ ਤਕਨੀਕ ਦੇ ਵਿੱਚ ਇੰਨਾ ਜ਼ਿਆਦਾ ਸੁਪੀਰੀਅਰ ਆ ਕਿ ਉਹਦੀ ਜਿਹੜੀ ਪ੍ਰੋਡਕਸ਼ਨ ਆ, ਜਿਹੜੀ ਇਸ ਚੀਜ਼ ਦੀ ਪ੍ਰੋਡਕਸ਼ਨ ਆ ਬਹੁਤ ਜ਼ਿਆਦਾ ਹੁੰਦੀ ਪਈ ਆ, ਔਰ ਬਿਨਾਂ ਸ਼ੱਕ ਉਹਦੀ ਕੋਸਟ ਘੱਟ ਆਉਂਦੀ ਪਈ ਆ, ਉਹਦੀ ਟੈਕਨੋਲੋਜੀ ਵਧੀਆ, ਉਹਦੇ ਪ੍ਰੋਡਕਟ ਵਧੀਆ ਹੈਗੇ ਆ, ਅਤੇ ਆਪਾਂ ਇਹ ਪ੍ਰੋਡਕਟ ਉੱਧਰੋਂ ਇੰਪੋਰਟ ਕਰਦੇ ਹਾਂ। ਨੈਕਸਟ ਹੈਗਾ ਕੋਸਟ ਡਿਫਰੈਂਸ। ਅਤੇ ਕੁਝ ਇੱਕ ਪ੍ਰੋਡਕਟ ਇਸ ਤਰ੍ਹਾਂ ਦੇ ਆ ਕਿ ਸਾਰੀ ਜਗ੍ਹਾ ਪ੍ਰੋਡਿਊਸ ਹੋ ਜਾਂਦੇ ਆ। ਇਹ ਨਹੀਂ ਆ ਕਿ ਸਾਡੇ ਦੇਸ਼ 'ਚ ਉਹ ਪ੍ਰੋਡਕਟ ਪ੍ਰੋਡਿਊਸ ਨਹੀਂ ਹੋ ਸਕਦਾ ਜਾਂ ਕਿਤੇ ਹੋਰ ਨਹੀਂ ਪ੍ਰੋਡਿਊਸ ਹੋ ਸਕਦਾ, ਪਰ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ, ਦੂਸਰਿਆਂ ਨਾਲ ਤੁਲਨਾ ਕਰਦੇ ਹਾਂ, ਤਾਂ ਉਹਨਾਂ ਦੀ ਤੁਲਨਾ ਦੇ ਵਿੱਚ ਇੱਕ ਦੇਸ਼ ਦੇ ਵਿੱਚ ਪ੍ਰੋਡਕਟ ਉਹ ਬਹੁਤ ਸਸਤਾ ਪ੍ਰੋਡਿਊਸ ਹੁੰਦਾ ਅਤੇ ਦੂਸਰੇ 'ਚ ਬਹੁਤ ਮਹਿੰਗਾ ਪ੍ਰੋਡਿਊਸ ਹੁੰਦਾ। ਅਤੇ ਇਸ ਤਰ੍ਹਾਂ ਕੀਤਾ ਜਾਂਦਾ ਫਿਰ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਕਿ ਜਿਹੜਾ ਪ੍ਰੋਡਕਟ ਸਾਡੇ ਮਹਿੰਗਾ ਪ੍ਰੋਡਿਊਸ ਹੁੰਦਾ ਉਹ ਬੰਦ ਕਰਕੇ ਜਿੱਥੇ ਸਸਤਾ ਪ੍ਰੋਡਿਊਸ ਹੁੰਦਾ ਉੱਥੋਂ ਲਿਆ ਜਾਂਦਾ, ਅਤੇ ਅਸੀਂ ਉਹ ਪ੍ਰੋਡਕਟ ਪ੍ਰੋਡਿਊਸ ਕਰਦੇ ਹਾਂ ਜਿਹੜਾ ਸਾਡੇ ਸਸਤਾ ਪ੍ਰੋਡਿਊਸ ਹੁੰਦਾ ਪਿਆ, ਅਤੇ ਉਹ ਦੂਸਰੇ ਪ੍ਰੋਡਕਟ ਨੂੰ ਦੂਸਰੇ ਦੇਸ਼ ਨੂੰ ਉਹੀ ਪ੍ਰੋਡਕਟ ਐਕਸਪੋਰਟ ਕਰ ਦਿੱਤਾ ਜਾਂਦਾ। ਨੈਕਸਟ ਹੈਗਾ ਨਿਊ ਇਕਨੋਮਿਕ ਆਰਡਰ। ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ, ਔਰ ਅੱਜ ਕੱਲ੍ਹ ਗਲੋਬਲਾਈਜੇਸ਼ਨ ਦਾ ਜ਼ਮਾਨਾ ਆ, ਇਸ ਕਰਕੇ ਹੁਣ ਉਹ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਕਰਕੇ ਵੀ ਇੰਟਰਨੈਸ਼ਨਲ ਟਰੇਡ ਆ ਜਿਹੜਾ ਹੁੰਦਾ, ਕਿਉਂਕਿ ਉਹ ਬਾਕੀ ਵਿਸ਼ਵ ਨਾਲ ਮਿਲ ਕੇ ਚੱਲਣ ਲਈ ਮਜਬੂਰ ਕਰ ਦਿੱਤਾ ਜਾਂਦਾ, ਅਤੇ ਬਾਕੀ ਦੇਸ਼ਾਂ ਦੇ ਨਾਲ ਤੁਸੀਂ ਮਿਲ ਕੇ ਚੱਲਣ ਦੇ ਲਈ ਕਈ ਵਾਰ ਤੁਹਾਨੂੰ ਉਹ ਇੰਟਰਨੈਸ਼ਨਲ ਟਰੇਡ ਆ ਜਿਹੜਾ ਉਹ ਵੀ ਦੋਨਾਂ ਦੇਸ਼ਾਂ ਦੇ ਨਾਲ ਕਰਨਾ ਪੈਂਦਾ। ਇਹ ਸੀ ਅੰਤਰਰਾਸ਼ਟਰੀ ਵਪਾਰ ਕੀ ਆ, ਅਤੇ ਅੰਤਰਰਾਸ਼ਟਰੀ ਵਪਾਰ ਕਿਉਂ ਹੁੰਦਾ, ਮਤਲਬ ਜਿਹੜੀ ਸਪੈਸ਼ਲਾਈਜੇਸ਼ਨ ਉਹ ਕੀ ਹੁੰਦੀ ਹੈ, ਅਤੇ ਸਪੈਸ਼ਲਾਈਜੇਸ਼ਨ ਕਾਹਤੇ ਹੁੰਦੀ ਆ। ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ ਕਦੀ ਕੁਦਰਤੀ ਸਾਧਨਾਂ ਕਰਕੇ, ਨੈਚੁਰਲ ਇੰਡੋਮੈਂਟ ਕਰਕੇ, ਕਦੀ ਟੈਕਨੀਕਲ ਫੈਕਟਰਸ ਕਰਕੇ, ਕਦੀ ਕੋਸਟ ਡਿਫਰੈਂਸ ਕਰਕੇ, ਅਤੇ ਕਦੀ ਨਿਊ ਇਕਨੋਮਿਕ ਆਰਡਰਸ ਆ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਆ ਗਈਆਂ, ਜਿਹੜੀ ਗਲੋਬਲਾਈਜੇਸ਼ਨ ਹੋ ਗਈ ਆ ਉਹਦੇ ਕਰਕੇ। ਇਹ ਅੰਤਰਰਾਸ਼ਟਰੀ ਵਪਾਰ। ਕੱਲ੍ਹ ਆਪਾਂ ਨੈਕਸਟ ਕਰਾਂਗੇ ਕਿ ਅੰਤਰਰਾਸ਼ਟਰੀ ਵਪਾਰ ਦਾ ਆਧਾਰ ਕੀ ਹੈਗਾ, ਅੰਤਰਰਾਸ਼ਟਰੀ ਵਪਾਰ ਅਤੇ ਆਪਣਾ ਜਿਹੜਾ ਡੋਮੈਸਟਿਕ ਵਪਾਰ ਉਹਦੇ 'ਚ ਕੀ ਡਿਫਰੈਂਸ ਹੁੰਦਾ, ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।